ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 2 ਮਿਲੀਅਨ ਲੋਕ ਕੈਨੇਡਾ ਵਿੱਚ ਨਹੀਂ ਹੋ ਰਹੇ ਪੱਕੇ, ਫਾਈਲਾਂ ਦੇ ਫੈਸਲੇ ਦੀ ਕਰ ਰਹੇ ਹਨ ਉਡੀਕ। ਪੁਲਿਸ ਦੇ ਹੱਥ ਲੱਗੀਆਂ 214 ਚੋਰੀ ਦੀਆਂ ਗੱਡੀਆਂ, ਪ੍ਰੋਜੈਕਟ ਮਾਇਰਾ ਤਹਿਤ ਕੀਤੀ ਕਾਰਵਾਈ। ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਮੌਤ, ਟਰੱਕ ਹੋਇਆ ਹਾਦਸੇ ਦਾ ਸ਼ਿਕਾਰ। 6 ਮਹੀਨਿਆਂ ਤੋਂ 5 ਸਾਲ ਦੇ ਬੱਚਿਆਂ ਲਈ ਟੀਕੇ ਦੀ ਜਾਣਕਾਰੀ। ਅੱਜ ਤੋਂ ਓਨਟਾਰੀਓ ਸੂਬੇ ਵਿੱਚ ਟੀਕੇ ਦੀ ਹੋਈ ਸ਼ੁਰੂਆਤ। 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਕੈਨੇਡਾ ਵਿੱਚ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਨੇ। ਉਹਨਾਂ ਵੱਲੋਂ ਇਮੀਗ੍ਰੇਸ਼ਨ ਦੀਆਂ ਫਾਈਲਾਂ ਲਗਾਈਆਂ ਗਈਆਂ, ਪਰ ਇਹਨਾਂ ਫਾਈਲਾਂ ਉੱਪਰ ਅਜੇ ਤੱਕ ਫੈਸਲਾ ਨਹੀਂ ਆ ਸਕਿਆ। IRCC ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪਹਿਲਾਂ ਦੇ ਮੁਕਾਬਲੇ ਫਾਈਲਾਂ ਦਾ ਬੈਕਲੌਗ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ। ਸਮੇਂ-ਸਮੇਂ ਤੇ ਅਪਡੇਟ ਦਿੱਤੀ ਜਾ ਰਹੀ ਹੈ, ਜਿਸ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਫਾਈਲਾਂ ਦੇ ਬੈਕਲੌਗ ਵਿੱਚ ਕਿੰਨਾ ਵਾਧਾ ਹੋ ਚੁੱਕਿਆ ਹੈ। 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਕੈਨੇਡਾ ਦੇ ਵੀਜ਼ੇ ਵਾਸਤੇ ਅਰਜ਼ੀਆਂ ਲਗਾਈਆਂ ਹੋਈਆਂ ਨੇ, ਪਰ ਅਜੇ ਤੱਕ ਉਹਨਾਂ ਦੀਆਂ ਫਾਈਲਾਂ ਦੇ ਉੱਪਰ ਫੈਸਲਾ ਨਹੀਂ ਆ ਸਕਿਆ। IRCC ਵੱਲੋਂ ਪਿਛਲੇ ਦਿਨੀ ਵੀ ਫਾਈਲਾਂ ਦੇ ਬੈਕਲੌਗ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਹਨਾਂ ਵੱਲੋਂ ਦੱਸਿਆ ਗਿਆ ਕਿ ਫਾਈਲਾਂ ਦਾ ਬੈਕਲੌਗ ਹੁਣ ਵੱਧ ਕੇ 2.4 ਮਿਲੀਅਨ ਤੱਕ ਪਹੁੰਚ ਚੁੱਕਿਆ ਹੈ। ਪਹਿਲਾਂ ਦੀ ਤੁਲਨਾ ਵਿੱਚ ਇਸ ਅੰਦਰ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ ਅੰਕੜੇ ਮੁਤਾਬਕ ਇਸ ਸਮੇਂ ਵਿਭਾਗ ਕੋਲ 2.4 ਮਿਲੀਅਨ ਅਰਜ਼ੀਆਂ ਦਾ ਬੈਕਲੌਗ ਹੈ, ਜੋ ਕਿ ਮਾਰਚ ਮਹੀਨੇ 1.8 ਮਿਲੀਅਨ ਸੀ। ਅਲੱਗ-ਅਲੱਗ ਮਹੀਨਿਆਂ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਸ ਵੇਲੇ ਫਾਈਲਾਂ ਦਾ ਕਿੰਨਾ ਬੈਕਲੌਗ ਸੀ। 27 ਅਕਤੂਬਰ 2021 ਦੌਰਾਨ ਵਿਭਾਗ ਕੋਲ 5,48,000 ਤੋਂ ਵੱਧ ਫਾਈਲਾਂ, 1 ਫਰਵਰੀ 2022 ਦੌਰਾਨ 5,19,030 ਫਾਈਲਾਂ, 29 ਜੂਨ 2022 ਦੌਰਾਨ 5,16,000 ਤੋਂ ਵੱਧ ਫਾਈਲਾਂ PR ਦੇ ਨਾਲ ਸੰਬੰਧਿਤ ਦੱਸੀਆਂ ਗਈਆਂ, ਜਿਨ੍ਹਾਂ ਦਾ ਬੈਕਲੌਗ ਇਮੀਗ੍ਰੇਸ਼ਨ ਵਿਭਾਗ ਕੋਲ ਸੀ। ਕੈਨੇਡੀਅਨ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਦਾ ਜੋ ਅੰਕੜਾ ਦਿੱਤਾ ਗਿਆ, ਉਸ ਮੁਤਾਬਕ 27 ਅਕਤੂਬਰ 2021 ਦੌਰਾਨ ਇਹਨਾਂ ਦੀ ਗਿਣਤੀ 4,68,000, 31 ਦਸੰਬਰ 2021 ਦੌਰਾਨ 4,48,000, 4 ਜੁਲਾਈ 2021 ਦੌਰਾਨ 3,99,210 ਸੀ। ਟੈਂਪਰੇਰੀ ਐਪਲੀਕੇਸ਼ਨਸ ਦਾ ਅੰਕੜਾ ਵੀ ਸਾਂਝਾ ਕੀਤਾ ਗਿਆ। 27 ਅਕਤੂਬਰ 2021 ਦੌਰਾਨ ਇਹ ਅੰਕੜਾ 7,75,000 ਤੋਂ ਵੱਧ, 1 ਫਰਵਰੀ 2022 ਦੌਰਾਨ 8 ਲੱਖ ਤੋਂ ਵੱਧ, 29 ਜੂਨ 2022 ਦੌਰਾਨ ਇਸ ਦਾ ਅੰਕੜਾ 15 ਲੱਖ ਤੋਂ ਵੱਧ ਦਾ ਦੱਸਿਆ ਗਿਆ। ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪ੍ਰੋਜੈਕਟ ਮਾਇਰਾ ਦੇ ਤਹਿਤ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਜਿੱਥੇ ਉਹਨਾਂ ਵੱਲੋਂ 200 ਤੋਂ ਵੱਧ ਚੋਰੀ ਦੀਆਂ ਕਾਰਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਕੁਝ ਜਾਣਿਆਂ ਤੇ ਕਾਰਵਾਈ ਵੀ ਕੀਤੀ ਗਈ ਹੈ। ਕਈ ਆਰਗੇਨਾਈਜੇਸ਼ਨਸ ਦਾ ਪਰਦਾ ਵੀ ਫਾਸ਼ ਕੀਤਾ ਗਿਆ। ਇਹ ਆਰਗੇਨਾਈਜੇਸ਼ਨਸ ਕਿਹੜੇ ਖੇਤਰ ਨਾਲ ਸੰਬੰਧਿਤ ਨੇ, ਇਹ ਵੀ ਦੱਸਿਆ ਗਿਆ। ਦੱਸ ਦਈਏ ਕਿ ਸਤੰਬਰ 2020 ਤੋਂ ਹੀ ਪ੍ਰੋਜੈਕਟ ਮਾਇਰਾ ਚਲਾਇਆ ਜਾ ਰਿਹਾ ਸੀ, ਜਿਸ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਚੋਰੀ ਹੋਈਆਂ ਗੱਡੀਆਂ ਦੇ ਮਾਮਲੇ ਵਿੱਚ ਓਨਟਾਰੀਓ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ, ਜਿੱਥੇ ਉਹਨਾਂ ਦੇ ਹੱਥ ਚੋਰੀ ਦੀਆਂ 214 ਗੱਡੀਆਂ ਲੱਗੀਆਂ ਨੇ। ਓਨਟਾਰੀਓ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਕੁਝ ਲੋਕਾਂ ਖਿਲਾਫ ਕਾਰਵਾਈ ਕੀਤੀ ਗਈ, ਜਿਨ੍ਹਾਂ ਉੱਪਰ ਚਾਰजेस ਲਗਾਏ ਗਏ ਹਨ। ਇਸ ਕਾਰ ਚੋਰੀ ਦੇ ਮਾਮਲੇ ਵਿੱਚ ਇੰਟਰ ਪ੍ਰੋਵਿੰਸ਼ੀਅਲ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਪੁਲਿਸ ਦੇ ਹੱਥ ਕਈ ਚੋਰੀ ਦੇ ਵਾਹਨ ਲੱਗੇ ਨੇ। ਪੁਲਿਸ ਵੱਲੋਂ ਪ੍ਰੋਜੈਕਟ ਮਾਇਰਾ ਚਲਾਇਆ ਗਿਆ, ਜਿੱਥੇ ਓਨਟਾਰੀਓ ਪੁਲਿਸ ਦੇ ਹੱਥ 214 ਗੱਡੀਆਂ ਲੱਗੀਆਂ ਨੇ। ਇਹਨਾਂ ਦੀ ਕੀਮਤ $12 ਮਿਲੀਅਨ ਦੇ ਕਰੀਬ ਦੱਸੀ ਗਈ, ਜੋ ਕਿ ਹੁਣ ਗੱਡੀਆਂ ਪੁਲਿਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਨੇ। ਕਾਰਵਾਈ ਕਰਦਿਆਂ ਪੁਲਿਸ ਵੱਲੋਂ 3 ਕ੍ਰਿਮੀਨਲ ਆਰਗੇਨਾਈਜੇਸ਼ਨਸ ਦਾ ਵੀ ਪਰਦਾ ਫਾਸ਼ ਕੀਤਾ ਗਿਆ, ਜੋ ਕਿ ਇਸ ਨਾਲ ਜੁੜੀਆਂ ਹੋਈਆਂ ਸਨ। ਪਹਿਲੀ ਕ੍ਰਿਮੀਨਲ ਆਰਗੇਨਾਈਜੇਸ਼ਨ ਪੀਲ ਰੀਜਨ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਓਨਟਾਰੀਓ ਤੋਂ ਕਈ ਵਾਹਨ ਚੋਰੀ ਕੀਤੇ ਗਏ। ਦੂਸਰੀ ਸੰਸਥਾ ਦੁਹਰਮ ਰੀਜਨ ਤੇ ਟੋਰਾਂਟੋ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਓਨਟਾਰੀਓ ਪੁਲਿਸ ਦਾ ਇਸ ਬਾਰੇ ਕਹਿਣਾ ਹੈ ਕਿ ਉਹਨਾਂ ਵੱਲੋਂ ਧੋਖੇ ਨਾਲ ਸਸਕੈਚੁਆਨ ਵਿੱਚ ਵਾਹਨ ਰਜਿਸਟਰ ਕੀਤੇ ਜਾ ਰਹੇ ਸਨ। ਤੀਸਰੀ ਕ੍ਰਿਮੀਨਲ ਆਰਗੇਨਾਈਜੇਸ਼ਨ ਯਾਰਕ ਰੀਜਨ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਉਹਨਾਂ ਵੱਲੋਂ ਕਈ ਮਹਿੰਗੇ ਵਾਹਨ ਚੋਰੀ ਕੀਤੇ ਗਏ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਜਦੋਂ ਕਈ ਥਾਵਾਂ ਤੇ ਛਾਪਾ ਮਾਰਿਆ ਗਿਆ ਤਾਂ ਉਹਨਾਂ ਦੇ ਹੱਥ ਕਈ ਹਥਿਆਰ, ਨਸ਼ਾ ਤੇ ਪੈਸੇ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਹੱਥ 6 ਹਥਿਆਰ, ਕਈ ਗ੍ਰਾਮ ਸਸਪੈਕਟਡ ਫੈਂਟਨਲ, ਕੋਕੇਨ ਤੇ ਕੈਨੇਬੀਸ ਲੱਗੀ ਹੈ। ਜਾਣਕਾਰੀ ਮੁਤਾਬਕ ਪ੍ਰੋਜੈਕਟ ਮਾਇਰਾ ਦੀ ਸ਼ੁਰੂਆਤ ਸਤੰਬਰ 2020 ਦੌਰਾਨ ਕੀਤੀ ਗਈ, ਜਿਸ ਵਿੱਚ
क्राइम इन्फोर्समेंट ब्यूरो, प्रोविंशियल ऑपरेशन इंटेलिजेंस ब्यूरो, ओंटारियो पुलिस बाइकर इन्फोर्समेंट यूनिट, ओंटारियो पुलिस ऑर्गेनाइज्ड क्राइम टोइंग इंडस्ट्री प्रोजेक्ट, दोहरम रीजनल पुलिस सर्विसेज, हॉल्टन रीजनल पुलिस सर्विस, पील रीजनल पुलिस, ਸਸਕੈਟੂਨ ਪੁਲਿਸ ਸਰਵਿਸ ਤੇ ਯਾਰਕ ਰੀਜਨ ਪੁਲਿਸ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਸੀ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਦੀ ਹਾਦਸੇ ਵਿੱਚ ਮੌਤ ਹੋ ਗਈ। ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਟਰੱਕ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਦੇ ਇੱਕ ਸੂਬੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਮੌਤ ਹੋ ਗਈ। ਇਹ ਘਟਨਾ ਓਂਟਾਰੀਓ ਨਾਲ ਜੁੜੀ ਹੋਈ ਹੈ। ਜਾਣਕਾਰੀ ਮੁਤਾਬਕ ਹਾਈਵੇ 401 ਈਸਟ ਬਾਉਂਡ ਤੇ ਇੱਕ ਟਰੱਕ ਹਾਦਸਾ ਹੋਇਆ, ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ। ਇਸ ਵਿੱਚ ਬਰੈਂਪਟਨ ਨਾਲ ਸੰਬੰਧਿਤ ਇੱਕ ਨੌਜਵਾਨ ਮੌਜੂਦ ਸੀ, ਜਿਸ ਦੀ ਹਾਦਸੇ ਵਿੱਚ ਮੌਤ ਹੋ ਗਈ। ਇਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਇਸ ਟਰੱਕ ਡਰਾਈਵਰ ਦਾ ਨਾਮ ਰਿਸ਼ਵ ਸ਼ਰਮਾ ਤੇ ਉਮਰ 26 ਸਾਲ ਦੇ ਕਰੀਬ ਦੱਸੀ ਗਈ, ਜਿਸ ਦੀ ਹਾਦਸੇ ਵਿੱਚ ਜਾਨ ਚਲੀ ਗਈ। ਨੌਜਵਾਨ ਇਸ ਹਾਦਸੇ ਦੌਰਾਨ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ। ਰਿਸ਼ਵ ਸ਼ਰਮਾ ਕਰੀਬ 6 ਸਾਲ ਪਹਿਲਾਂ ਪੰਜਾਬ ਦੇ ਤਰਨਤਾਰਨ ਤੋਂ ਕੈਨੇਡਾ ਆਇਆ ਸੀ ਤੇ ਉਹ ਕੈਨੇਡਾ ਵਿੱਚ ਬਰੈਂਪਟਨ ਵਾਸੀ ਦੱਸਿਆ ਜਾ ਰਿਹਾ ਹੈ। ਲੰਘੇ ਮੰਗਲਵਾਰ ਉਹ ਰੋਜ਼ਾਨਾ ਵਾਂਗ ਆਪਣੇ ਕੰਮ ਤੇ ਜਾ ਰਿਹਾ ਸੀ ਤੇ ਮੌਂਟਰੀਅਲ ਜਾਂਦੇ ਸਮੇਂ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ 2 ਟਰੱਕਾਂ ਵਿਚਕਾਰ ਵਾਪਰਿਆ ਹੈ। ਹੁਣ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਓਂਟਾਰੀਓ ਤੋਂ ਕੋਵਿਡ-19 ਵੈਕਸੀਨ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ 6 ਮਹੀਨੇ ਤੋਂ 5 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅੱਜ ਤੋਂ ਓਂਟਾਰੀਓ ਸੂਬੇ ਵੱਲੋਂ ਇਸ ਉਮਰ ਵਰਗ ਵਾਸਤੇ ਅਪਾਇੰਟਮੈਂਟ ਦੀ ਸ਼ੁਰੂਆਤ ਕਰ ਦਿੱਤੀ ਗਈ। 6 ਮਹੀਨੇ ਤੋਂ 5 ਸਾਲ ਦੇ ਬੱਚਿਆਂ ਲਈ ਮਾਂ-ਬਾਪ ਬੁਕਿੰਗ ਕਰਵਾ ਸਕਦੇ ਹਨ ਤਾਂ ਕਿ ਜਲਦ ਉਹਨਾਂ ਨੂੰ ਵੀ ਕੋਵਿਡ-19 ਵੈਕਸੀਨ ਲਗਾਈ ਜਾ ਸਕੇ। ਓਂਟਾਰੀਓ ਸੂਬੇ ਤੋਂ ਛੋਟੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀ ਜਾਣਕਾਰੀ ਸਾਹਮਣੇ ਆਈ ਹੈ। ਓਂਟਾਰੀਓ ਵਿੱਚ 6 ਮਹੀਨੇ ਤੋਂ 5 ਸਾਲ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਦੱਸੀਏ ਕਿ ਇਸ ਮਹੀਨੇ ਹੀ ਹੈਲਥ ਕੈਨੇਡਾ ਵੱਲੋਂ ਮਾਡਰਨਾ ਦੀ ਬੱਚਿਆਂ ਵਾਸਤੇ ਵੈਕਸੀਨ ਮਨਜ਼ੂਰ ਕੀਤੀ ਗਈ ਸੀ। ਓਂਟਾਰੀਓ ਸੂਬੇ ਤੋਂ ਆਈ ਜਾਣਕਾਰੀ ਮੁਤਾਬਕ ਇੱਥੇ ਮਾਂ-ਬਾਪ 6 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਹੁਣ ਲਗਵਾ ਸਕਦੇ ਨੇ। ਇਸ ਵਾਸਤੇ ਅੱਜ ਤੋਂ ਹੀ ਸੂਬੇ ਵਿੱਚ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਬੱਚਿਆਂ ਦੀ ਵੈਕਸੀਨ ਵਾਸਤੇ ਅਪਾਇੰਟਮੈਂਟ ਲਈ ਸੂਬੇ ਦਾ ਬੁਕਿੰਗ ਪੋਰਟਲ ਸਵੇਰੇ 8 ਵਜੇ ਤੋਂ ਖੁੱਲ੍ਹ ਗਿਆ। ਪਬਲਿਕ ਹੈਲਥ ਯੂਨਿਟਸ ਵੱਲੋਂ ਪਹਿਲਾਂ ਵੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਹਨਾਂ ਨੇ ਦੱਸਿਆ ਹੈ ਕਿ ਆਪਣੇ ਬੁਕਿੰਗ ਸਿਸਟਮ ਦੇ ਕੁਝ ਫਾਰਮੇਸੀਆਂ ਤੇ ਬਾਲ ਕੇਂਦਰਾਂ ਤੇ ਵੀ ਵੈਕਸੀਨ ਲਈ ਬੁਕਿੰਗ ਕਰਵਾਈ ਜਾ ਸਕਦੀ ਹੈ। ਕੁਝ ਕਲੀਨਿਕਸ ਵਿੱਚ ਤਾਂ ਅੱਜ ਦੀ ਹੀ ਅਪਾਇੰਟਮੈਂਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਟੋਰਾਂਟੋ ਪਬਲਿਕ ਹੈਲਥ ਵੱਲੋਂ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਅੱਜ ਜਾਣੀ ਕਿ 28 ਜੁਲਾਈ ਤੋਂ ਛੋਟੇ ਬੱਚਿਆਂ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਵੱਲੋਂ ਇਸ ਮਹੀਨੇ ਮਾਡਰਨਾ ਦੀ ਵੈਕਸੀਨ ਨੂੰ ਬੱਚਿਆਂ ਵਾਸਤੇ ਮਨਜ਼ੂਰੀ ਦਿੱਤੀ ਗਈ। ਉਹਨਾਂ ਵੱਲੋਂ ਮਾਡਰਨਾ ਦੇ ਡਾਟਾ ਨੂੰ ਪੂਰੀ ਤਰ੍ਹਾਂ ਰਿਵਿਊ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਟੀਕੇ ਨੂੰ ਹਰੀ ਝੰਡੀ ਦਿੱਤੀ। ਓਂਟਾਰੀਓ ਦੇ ਹੈਲਥ ਮਿਨਿਸਟਰ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਇਹ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਤੇ ਉਹ ਬੱਚਿਆਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗੀ। ਬੇਹੱਦ ਘੱਟ ਜਾਂ ਫਿਰ ਕਮਜ਼ੋਰ ਇਮਿਊਨਿਟੀ ਵਾਲੇ 12 ਤੋਂ 17 ਸਾਲ ਦੀ ਉਮਰ ਵਾਲੇ ਬੱਚੇ ਵੀ ਆਪਣੀ ਦੂਸਰੀ ਬੂਸਟਰ ਡੋਜ਼ ਵਾਸਤੇ ਬੁਕਿੰਗ ਕਰਵਾ ਸਕਣਗੇ, ਪਰ ਸ਼ਰਤ ਹੈ ਕਿ ਉਹਨਾਂ ਦੇ ਪਹਿਲੀ ਬੂਸਟਰ ਸ਼ਾਟ 6 ਮਹੀਨੇ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ। ਜੇਕਰ ਪਹਿਲੇ ਬੂਸਟਰ ਸ਼ਾਟ ਹਾਸਿਲ ਕੀਤੇ 6 ਮਹੀਨੇ ਦਾ ਸਮਾਂ ਲੰਘ ਚੁੱਕਾ ਹੈ ਤਾਂ ਫਿਰ ਉਹ ਦੂਸਰੀ ਬੂਸਟਰ ਡੋਜ਼ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਤੋਂ ਬੱਚਿਆਂ ਦੀ ਵੈਕਸੀਨ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਤੇ ਕਿਸ ਤਰ੍ਹਾਂ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਵਾਲੇ ਬੱਚੇ ਕੋਵਿਡ-19 ਵੈਕਸੀਨ ਹਾਸਲ ਕਰ ਸਕਦੇ ਹਨ। ਟਰੱਕ ਚੋਰੀ ਹੋਇਆ ਤੇ ਬਾਅਦ ਵਿੱਚ ਇਹ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਕੁਝ ਜਾਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕੀ ਅਪਡੇਟ ਦਿੱਤੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ, ਪਰ ਦੱਸ ਦਈਏ ਕਿ ਪੀੜਤਾਂ ਦੇ ਨਾਮ ਅਜੇ ਜਨਤਕ ਨਹੀਂ ਕੀਤੇ ਗਏ। ਨੋਵਾ ਸਕੋਸ਼ੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਚੋਰੀ ਕੀਤਾ ਪਿਕਅਪ ਟਰੱਕ ਹਾਈਵੇ 103 ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ 2 ਜਣਿਆਂ ਦੀ ਮੌਤ ਹੋ ਗਈ। ਨੋਵਾ ਸਕੋਸ਼ੀਆ RCMP ਵੱਲੋਂ ਹੁਣ ਤੱਕ ਜੋ ਇਸ ਮਾਮਲੇ ਦੀ ਅਪਡੇਟ ਦਿੱਤੀ ਗਈ ਹੈ, ਉਸ ਵਿੱਚ ਦੱਸਿਆ ਗਿਆ ਕਿ ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਮੁਤਾਬਕ ਕੂਕਵਿਲੇ ਤੋਂ ਇੱਕ ਪਿਕਅਪ ਟਰੱਕ ਚੋਰੀ ਕੀਤਾ ਗਿਆ ਸੀ।
ਜਿਸ ਵੇਲੇ ਇਹ ਹਾਈਵੇ 103 ਤੇ ਦਾਖਲ ਹੋਇਆ ਤੇ ਪਿਕਅਪ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਜਿਸ ਵੇਲੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਇੱਥੇ ਹਾਦਸਾ ਵਾਪਰਿਆ ਸੀ। ਮੌਕੇ ਵਾਲੀ ਥਾਂ ਤੇ ਫਾਇਰ ਸਰਵਿਸਿਜ਼ ਵੀ ਪਹੁੰਚੀ। ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਜਿਹੜਾ ਪਿਕਅਪ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ ਉਹ ਚੋਰੀ ਕੀਤਾ ਗਿਆ ਵਾਹਨ ਸੀ। ਮੌਕੇ ਵਾਲੀ ਥਾਂ ਤੇ 2 ਜਾਣਿਆਂ ਦੀ ਮੌਤ ਹੋ ਗਈ। ਇੱਕ ਔਰਤ ਜਿਸ ਦੀ ਉਮਰ 60 ਸਾਲ ਦੇ ਕਰੀਬ ਦੱਸੀ ਗਈ ਤੇ ਇੱਕ ਵਿਅਕਤੀ ਜਿਸ ਦੀ ਉਮਰ 63 ਸਾਲ ਦੇ ਵਿਚਕਾਰ ਹੈ। ਇਹਨਾਂ ਦੋਨਾਂ ਨੂੰ ਹੀ ਘਟਨਾ ਵਾਲੀ ਥਾਂ ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਿਸ ਵੱਲੋਂ ਪਿਕਅਪ ਟਰੱਕ ਚਲਾਇਆ ਜਾ ਰਿਹਾ ਸੀ ਉਸ ਨੂੰ ਸੱਟਾਂ ਆਈਆਂ ਨੇ ਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੀ ਪਹਿਚਾਣ ਟ੍ਰੇਵਰ ਦੇ ਤੌਰ ਤੇ ਦੱਸੀ ਗਈ ਤੇ ਉਮਰ 28 ਸਾਲ ਦੇ ਕਰੀਬ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਟ੍ਰੇਵਰ ਉੱਪਰ ਹੁਣ ਚਾਰਜਸ ਲਗਾਏ ਗਏ ਹਨ। ਹੁਣ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ ਜਿਸ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਆਰਸੀਐਮਪੀ ਵੱਲੋਂ ਪੀੜਤਾਂ ਦੇ ਨਾਮ ਅਜੇ ਜਨਤਕ ਨਹੀਂ ਕੀਤੇ ਗਏ। ਔਰਤ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਦੱਸਿਆ ਜਾ ਰਿਹਾ ਹੈ ਪਹਿਲਾਂ ਜ਼ਖਮੀ ਹਾਲਤ ਵਿੱਚ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਇੱਥੇ ਉਸ ਦੀ ਮੌਤ ਹੋ ਗਈ। ਸਕਾਰਬਰੋ ਤੋਂ ਇੱਕ ਅਸੌਲਟ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਜਾਣਕਾਰੀ ਮੁਤਾਬਕ ਇਹ ਮਾਮਲਾ 5:30 ਦੇ ਕਰੀਬ ਸਾਹਮਣੇ ਆਇਆ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ ਵਿਕਟੋਰੀਆ ਪਾਰਕ ਐਵੀਨਿਊ ਅਤੇ ਡੌਨਸਾਈਡ ਡਰਾਈਵ ਦੇ ਨੇੜੇ ਅਸੌਲਟ ਦੀ ਜਾਣਕਾਰੀ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜ਼ਖਮੀ ਹਾਲਤ ਵਿੱਚ ਇੱਕ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਪਰ ਕੁਝ ਸਮੇਂ ਬਾਅਦ ਹੀ ਉਸ ਦੀ ਹਸਪਤਾਲ ਵਿੱਚ ਮੌਤ ਹੋਣ ਦੇ ਬਾਰੇ ਵੀ ਪੁਲਿਸ ਵੱਲੋਂ ਅਪਡੇਟ ਸਾਂਝੀ ਕੀਤੀ ਗਈ। ਪੁਲਿਸ ਦੇ ਦੱਸਣ ਮੁਤਾਬਕ ਘਟਨਾ ਵਾਲੀ ਥਾਂ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਪਰ ਅਜੇ ਇਸ ਬਾਰੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਸਸਪੈਕਟ ਦੀ ਪਹਿਚਾਣ ਵੀ ਪੁਲਿਸ ਵੱਲੋਂ ਨਹੀਂ ਦੱਸੀ ਗਈ। ਟੋਰਾਂਟੋ ਪੁਲਿਸ ਵੱਲੋਂ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਟਵੀਟ ਕਰਦਿਆਂ ਹੁਣ ਤੱਕ ਦੀ ਡਿਟੇਲ ਜਨਤਕ ਕੀਤੀ ਹੈ। ਦੱਸ ਦਈਏ ਕਿ ਇਸ ਅਸੌਲਟ ਦੇ ਮਾਮਲੇ ਵਿੱਚ ਜਿਸ ਔਰਤ ਦੀ ਮੌਤ ਹੋਈ ਹੈ ਉਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਅਜੇ ਨਹੀਂ ਦੱਸੀ ਗਈ। ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਸਰੀ ਆਰਸੀਐਮਪੀ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜਿੱਥੇ ਉਹਨਾਂ ਵੱਲੋਂ ਟ੍ਰੈਫਿਕ ਸਟਾਪ ਦੌਰਾਨ ਹਥਿਆਰ ਬਰਾਮਦ ਕੀਤੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ 3 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਮਾਮਲੇ ਜਿਹੜੇ ਉਹ ਵੱਖ-ਵੱਖ ਦਿਨ ਸਾਹਮਣੇ ਆਏ ਜਿਸ ਬਾਰੇ ਪੂਰੀ ਡਿਟੇਲ ਸਰੀ ਆਰਸੀਐਮਪੀ ਵੱਲੋਂ ਦਿੱਤੀ ਗਈ। ਸਰੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜਿੱਥੇ ਉਹਨਾਂ ਨੇ ਟ੍ਰੈਫਿਕ ਸਟਾਪ ਦੌਰਾਨ ਹਥਿਆਰ ਅਤੇ ਹੋਰ ਵੀ ਕਈ ਚੀਜ਼ਾਂ ਬਰਾਮਦ ਕੀਤੀਆਂ ਨੇ। ਸਰੀ ਵਿੱਚ ਇਸ ਨਾਲ ਸੰਬੰਧਿਤ 3 ਜਾਣੇ ਗ੍ਰਿਫਤਾਰ ਕੀਤੇ ਜਾਣ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜੀ ਹਾਂ, ਸਰੀ ਆਰਸੀਐਮਪੀ ਦੀ ਕਮਿਊਨਿਟੀ ਰਿਸਪੌਂਸ ਯੂਨਿਟ ਵੱਲੋਂ 3 ਲੋਕਾਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦਰਅਸਲ ਇੱਥੇ ਟ੍ਰੈਫਿਕ ਸਟਾਪਸ ਦੌਰਾਨ ਮਲਟੀਪਲ ਵਾਰੰਟ ਤੇ ਹੋਈਆਂ ਗ੍ਰਿਫਤਾਰੀਆਂ ਦੌਰਾਨ ਬੰਦੂਕਾਂ ਅਤੇ ਬਾਡੀ ਆਰਮਰ ਪੁਲਿਸ ਵੱਲੋਂ ਬਰਾਮਦ ਕੀਤੇ ਗਏ। ਇੱਕ ਸ਼ੱਕੀ ਨੂੰ ਟਰੈਕ ਕਰਨ ਦੇ ਲਈ 에ਅਰ 1 ਹੈਲੀਕਾਪਟਰ ਦੀ ਮਦਦ ਲਈ ਗਈ ਸੀ। ਇਹ ਸਸਪੈਕਟ ਪੁਲਿਸ ਕੋਲੋਂ ਬਚ ਨਿਕਲਿਆ। ਪਹਿਲਾ ਮਾਮਲਾ 21 ਜੁਲਾਈ ਨਾਲ ਸੰਬੰਧਿਤ ਦੱਸਿਆ ਗਿਆ ਹੈ ਜਿੱਥੇ ਸ਼ਾਮ 6:23 ਦੇ ਕਰੀਬ ਸਰੀ ਆਰਸੀਐਮਪੀ ਦੇ ਕਮਿਊਨਿਟੀ ਰਿਸਪੌਂਸ ਯੂਨਿਟ ਦੇ ਅਫਸਰਾਂ ਨੇ 154 ਸਟਰੀਟ ਦੇ 9900 ਬਲਾਕ ਵਿੱਚ ਇੱਕ ਵਾਹਨ ਨੂੰ ਰੁਕਵਾਇਆ। ਇਸ ਦੌਰਾਨ ਇੱਕ 40 ਸਾਲ ਦਾ ਆਦਮੀ ਤੇ 20 ਸਾਲ ਦੀ ਔਰਤ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੀ ਸਰੀ, ਕੈਮਲੂਪਸ, ਓਲੀਵਰ ਅਤੇ ਕੈਲੋਨਾ ਵਿੱਚ ਆਊਟਸਟੈਂਡਿੰਗ ਵਾਰੰਟ ਤੇ ਭਾਲ ਕੀਤੀ ਜਾ ਰਹੀ ਸੀ। ਜਿਸ ਵੇਲੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਵਾਹਨ ਵਿੱਚੋਂ ਇੱਕ ਭਰੀ ਹੋਈ ਬੰਦੂਕ ਅਤੇ ਬਾਡੀ ਆਰਮਰ ਬਰਾਮਦ ਹੋਏ। ਦੋਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਬਾਅਦ 22 ਜੁਲਾਈ ਨੂੰ ਰਾਤ 8:39 ਦੇ ਕਰੀਬ ਪੁਲਿਸ ਵੱਲੋਂ ਇੱਕ ਕੈਦੀ ਨਾਲ ਸੰਬੰਧਿਤ ਗੱਡੀ ਬਾਰੇ ਯੂਨੀਵਰਸਿਟੀ ਡਰਾਈਵ ਦੇ 10,800 ਬਲਾਕ ਵਿੱਚ ਪਤਾ ਕੀਤਾ ਜਾ ਰਿਹਾ ਸੀ। ਪੁਲਿਸ ਮੁਤਾਬਕ ਸਸਪੈਕਟ ਨੂੰ ਪਤਾ ਚੱਲ ਗਿਆ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤੇ ਉਸ ਵੱਲੋਂ ਆਪਣੇ ਵਾਹਨ ਨੂੰ ਕਾਫੀ ਤੇਜ਼ ਭਜਾਇਆ ਜਾ ਰਿਹਾ ਸੀ ਪਰ 에ਅਰ 1 ਹੈਲੀਕਾਪਟਰ ਦੀ ਸਹਾਇਤਾ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਸਸਪੈਕਟ ਦੀ ਉਮਰ 37 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਜਿਹੜੇ 3 ਜਾਣੇ ਹਿਰਾਸਤ ਵਿੱਚ ਲਏ ਗਏ ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ। ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਕੈਨੇਡਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੇ ਕੀ ਹਾਲਾਤ ਨੇ ਇਹਨਾਂ ਦੇ ਨਾਲ ਹੈਲਥ ਆਫੀਸ਼ੀਅਲਸ ਵੱਲੋਂ ਜਾਣੂ ਕਰਵਾਇਆ ਗਿਆ। ਡਾਕਟਰ ਟੀਮ ਵੱਲੋਂ ਵੀ ਦੱਸਿਆ ਗਿਆ ਕਿ ਕੈਨੇਡਾ ਵੱਲੋਂ ਕਿਹੜੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਇਸ ਵਾਇਰਸ ਦੇ ਉੱਪਰ ਕਾਬੂ ਪਾਇਆ ਜਾ ਸਕੇ। ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਦੀ ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ ਇਸ ਬਾਰੇ ਹੈਲਥ ਆਫੀਸ਼ੀਅਲਸ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਇਸ ਵਾਇਰਸ ਦੇ ਆંકੜਿਆਂ ਦੇ ਨਾਲ ਵੀ ਜਾਣੂ ਕਰਵਾਇਆ ਗਿਆ। ਕੈਨੇਡਾ ਵੱਲੋਂ ਇਸ ਵਾਇਰਸ ਖਿਲਾਫ ਕਿਹੜੇ ਕਦਮ ਚੁੱਕੇ ਜਾ ਰਹੇ ਨੇ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਵੀ ਉਹ ਦਿਖਾਈ ਦਿੱਤੇ। ਡਾਕਟਰ ਟੀਮ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
On July the 23rd, following the second meeting of the International Health Regulations Emergency Committee to assess the ongoing monkeypox outbreak, Dr. Tedros, Director General of the WHO, or World Health Organization, issued a statement declaring that the multi-country outbreak of monkeypox represents a public health emergency of international concern. Our understanding of this virus is still evolving, and this declaration makes clear that the situation requires an urgent global response. Globally, as of July the 25th, over 16,000 confirmed cases of monkeypox have been reported from 75 countries and territories and areas across all 6 designated regions of the WHO. This represents a 48% increase in global cases during the latest reporting week as compared to the previous week. In Canada, as of July the 26th, a total of 745 confirmed cases of monkeypox have been reported nationally, including 346 cases in Quebec, 326 in Ontario, 58 in British Columbia, 12 in Alberta, 2 in Saskatchewan, and 1 in the Yukon. Among cases for whom additional information is available, over 99% are male, and the median age was 36 years. ਮੌਂਕੀਪੌਕਸ ਵੈਕਸੀਨ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਸੂਬਿਆਂ ਵੱਲੋਂ ਇਹ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ, ਜੋ ਕਿ ਮੌਂਕੀਪੌਕਸ ਵਾਇਰਸ ਦੇ ਖਿਲਾਫ ਹੈ। ਇਸ ਦੀ ਐਲੀਜੀਬਿਲਿਟੀ ਦੇ ਵਿੱਚ ਵੀ ਵਾਅਦਾ ਕੀਤਾ ਜਾ ਰਿਹਾ ਹੈ। ਸੂਬਿਆਂ ਤੋਂ ਇਸ ਬਾਰੇ ਹੁਣ ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ। ਅਲਬਰਟਾ ਸੂਬੇ ਤੋਂ ਮੌਂਕੀਪੌਕਸ ਵਾਇਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਮੌਂਕੀਪੌਕਸ ਵੈਕਸੀਨ ਨੂੰ ਲੈ ਕੇ ਅਲਬਰਟਾ ਸਰਕਾਰ ਵੱਲੋਂ ਇੱਕ ਖਾਸ ਐਲਾਨ ਕੀਤਾ ਗਿਆ। ਅਲਬਰਟਾ ਸੂਬੇ ਵਿੱਚ ਹੁਣ ਮੌਂਕੀਪੌਕਸ ਨੂੰ ਲੈ ਕੇ ਸ਼ਾਟ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅਲਬਰਟਾ ਸੂਬੇ ਤੋਂ ਆਈ ਜਾਣਕਾਰੀ ਮੁਤਾਬਕ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਵੀ ਮੌਂਕੀਪੌਕਸ ਵੈਕਸੀਨ ਲਗਵਾਉਣ ਵਾਸਤੇ ਬੁਕਿੰਗ ਕਰ ਸਕਦੇ ਹਨ। ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਇਸ ਵਾਇਰਸ ਦਾ ਵੱਧ ਖਤਰਾ ਹੈ। ਸੂਬਾ ਸਰਕਾਰ ਵੱਲੋਂ ਮੌਂਕੀਪੌਕਸ ਵੈਕਸੀਨ ਵਾਸਤੇ ਯੋਗਤਾ ਦਾ ਵਿਸਥਾਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਵੈਕਸੀਨ ਸਿਰਫ ਕੁਝ ਕੇਸਿਸ ਵਿੱਚ ਹੀ ਲਗਾਈ ਜਾ ਰਹੀ ਸੀ, ਪਰ ਹੁਣ ਹਰ ਉਮਰ ਗਰੁੱਪ ਇਹ ਸ਼ਾਟ ਹਾਸਲ ਕਰ ਸਕਦਾ ਹੈ। ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਇਸ ਵਾਇਰਸ ਨਾਲ ਜੁੜੇ ਹੋਏ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਪ੍ਰੋਵਿੰਸ ਵੱਲੋਂ ਮੌਂਕੀਪੌਕਸ ਦੇ 13 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਅਲਬਰਟਾ ਹੈਲਥ ਦੇ ਬੁਲਾਰੇ ਦਾ ਕਹਿਣਾ ਹੈ ਕਿ ਸੂਬਾ ਵੈਕਸੀਨ ਦੀਆਂ ਹੋਰ ਖੁਰਾਕਾਂ ਲਈ ਫੈਡਰਲ ਸਰਕਾਰ ਨਾਲ ਕੰਮ ਕਰ ਰਿਹਾ ਹੈ। ਫੈਡਰਲ ਸਰਕਾਰ ਵਰਤੋਂ ਦੇ ਆਧਾਰ ਤੇ ਨੈਸ਼ਨਲ ਐਮਰਜੈਂਸੀ ਸਟ੍ਰੈਟੇਜਿਕ ਸਟਾਕ ਪਾਈਲ ਵਿੱਚੋਂ ਵਾਧੂ ਡੋਜ਼ਜ਼ ਜਾਰੀ ਕਰੇਗੀ। ਜ਼ਿਕਰਯੋਗ ਹੈ ਕਿ ਹੁਣ ਤੱਕ ਮੌਂਕੀਪੌਕਸ ਨਾਲ ਜੁੜੇ ਹੋਏ ਕੈਨੇਡਾ ਤੋਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਤਾਂ ਇਸ ਨੂੰ ਹੈਲਥ ਐਮਰਜੈਂਸੀ ਐਲਾਨ ਕਰ ਦਿੱਤਾ ਗਿਆ, ਕਿਉਂਕਿ ਕਈ ਦੇਸ਼ਾਂ ਵਿੱਚ ਇਸ ਵਾਇਰਸ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। 15,000 ਤੋਂ ਵੱਧ ਮਾਮਲੇ ਸਾਹਮਣੇ ਆਉਣ ਦੇ ਬਾਰੇ ਵਿਸ਼ਵ ਸਿਹਤ ਸੰਗਠਨ ਵੱਲੋਂ ਪਿਛਲੇ ਦਿਨੀ ਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਲੜਕੇ ਵੱਲੋਂ ਆਪਣੇ 3 ਭੈਣ ਭਰਾ ਤੇ ਪਹਿਲਾਂ ਗੋਲੀ ਚਲਾਈ ਗਈ ਤੇ ਬਾਅਦ ਵਿੱਚ ਉਸਨੇ ਖੁਦ ਨੂੰ ਗੋਲੀ ਮਾਰ ਲਈ। ਇਹ ਮਾਮਲਾ ਅਮਰੀਕਾ ਦੇ ਇੱਕ ਹਿੱਸੇ ਤੋਂ ਸਾਹਮਣੇ ਆਇਆ, ਜਿਸ ਬਾਰੇ ਪੁਲਿਸ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਹੋਰ ਵੀ ਕੁਝ ਬੱਚੇ ਮੌਜੂਦ ਸਨ, ਜਿਹੜੇ ਕਿ ਬਚ ਗਏ। ਉਹਨਾਂ ਨੂੰ ਸੱਟਾਂ ਵੀ ਨਹੀਂ ਆਈਆਂ, ਪਰ 4 ਜਾਣਿਆਂ ਦੀ ਮੌਤ ਹੋ ਗਈ। ਅਲਾਸਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ 15 ਸਾਲ ਦੇ ਇੱਕ ਲੜਕੇ ਵੱਲੋਂ ਆਪਣੇ 3 ਭੈਣ ਭਰਾਵਾਂ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਤੇ ਬਾਅਦ ਵਿੱਚ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਹੁਣ ਇਸ ਮਾਮਲੇ ਦੀ ਜਾਣਕਾਰੀ ਅਲਾਸਕਾ ਸਟੇਟ ਟਰੂਪਰਸ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਗੋਲੀ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। 15 ਸਾਲ ਦੇ ਇੱਕ ਲੜਕੇ ਵੱਲੋਂ ਆਪਣੇ 3 ਭੈਣ ਭਰਾ ਤੇ ਪਹਿਲਾਂ ਗੋਲੀ ਚਲਾਈ ਗਈ ਤੇ ਫਿਰ ਬਾਅਦ ਵਿੱਚ ਉਸਨੇ ਖੁਦ ਤੇ ਵੀ ਗੋਲੀ ਚਲਾ ਲਈ। ਇਹ ਘਟਨਾ 4:17 ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਟਰੂਪਰਸ ਵੱਲੋਂ ਦੱਸਿਆ ਗਿਆ ਕਿ ਜਿਸ ਵੇਲੇ ਉਹ ਸਕਾਈ ਰਿਜ ਡਰਾਈਵ ਸਬ ਡਿਵੀਜ਼ਨ ਦੇ ਘਰ ਵਿੱਚ ਦਾਖਲ ਹੋਏ ਤਾਂ ਉਹਨਾਂ ਨੂੰ ਇਸ ਅੰਦਰੋਂ 4 ਲਾਸ਼ਾਂ ਮਿਲੀਆਂ। ਇਹਨਾਂ 4 ਜਾਣਿਆਂ ਨੂੰ ਗੋਲੀ ਲੱਗੀ ਹੋਈ ਸੀ। ਜਿਸ ਵੇਲੇ ਗੋਲੀਆਂ ਚੱਲੀਆਂ ਉਸ ਵੇਲੇ ਬੱਚਿਆਂ ਦੇ ਮਾਂ-ਬਾਪ ਘਰ ਵਿੱਚ ਨਹੀਂ ਸਨ। ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਹੈ ਕਿ ਘਰ ਵਿੱਚ 3 ਹੋਰ ਬੱਚੇ ਵੀ ਸਨ, ਜਿਹੜੇ ਜ਼ਖਮੀ ਨਹੀਂ ਹੋਏ। ਜਿਹੜੇ 3 ਬੱਚਿਆਂ ਦੀ ਜਾਨ ਬਚ ਗਈ, ਉਹਨਾਂ ਦੀ ਉਮਰ 7 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੀ ਉਮਰ 5 ਸਾਲ, 8 ਸਾਲ, 17 ਸਾਲ ਤੇ 15 ਸਾਲ ਦੱਸੀ ਜਾ ਰਹੀ ਹੈ।
ਹੁਣ ਤੱਕ ਇਸ ਮਾਮਲੇ ਦੀ ਜੋ ਜਾਂਚ ਪੜਤਾਲ ਕੀਤੀ ਗਈ ਹੈ ਉਸ ਵਿੱਚ ਪਤਾ ਚੱਲਿਆ ਹੈ ਕਿ 15 ਸਾਲ ਦੇ ਲੜਕੇ ਵੱਲੋਂ ਆਪਣੇ 3 ਭੈਣ ਭਰਾ ਤੇ ਗੋਲੀ ਚਲਾਈ ਤੇ ਖੁਦ ਨੂੰ ਵੀ ਉਸਨੇ ਗੋਲੀ ਮਾਰ ਕੇ ਖਤਮ ਕਰ ਲਿਆ। ਫਿਲਹਾਲ ਇਹਨਾਂ ਬੱਚਿਆਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਬਹੁਤੀ ਡਿਟੇਲ ਹੋਰ ਜਨਤਕ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਯੂਐਸ ਦੇ ਵਿੱਚ ਅਲਾਸਕਾ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਜ਼ਿਆਦਾ ਮੌਤਾਂ ਗਨ ਦੇ ਕਾਰਨ ਹੋ ਰਹੀਆਂ ਹਨ। ਭਰਾ ਵੱਲੋਂ ਆਪਣੀ ਭੈਣ ਦੇ ਉੱਪਰ ਗੋਲੀ ਚਲਾਈ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਮਾਂ-ਬਾਪ ਨੂੰ ਹਿਰਾਸਤ ਵਿੱਚ ਲਿਆ। ਇਸ ਬਾਰੇ ਹੁਣ ਤੱਕ ਦੀ ਸਾਰੀ ਇਨਫੋਰਮੇਸ਼ਨ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ ਤੇ ਮਾਂ-ਬਾਪ ਦੇ ਨਾਮ ਵੀ ਉਹਨਾਂ ਵੱਲੋਂ ਦੱਸੇ ਗਏ। ਅਮਰੀਕਾ ਦੇ ਇੰਡੀਆਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਮਾਂ-ਬਾਪ ਨੂੰ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਦੀ ਗ੍ਰਿਫਤਾਰੀ ਉਸ ਤੋਂ ਬਾਅਦ ਹੋਈ ਹੈ ਜਦੋਂ 6 ਸਾਲ ਦੇ ਇੱਕ ਬੱਚੇ ਵੱਲੋਂ 5 ਸਾਲ ਦੀ ਭੈਣ ਤੇ ਗੋਲੀ ਚਲਾ ਦਿੱਤੀ ਗਈ। ਪੁਲਿਸ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਜੈਕੋਬ ਅਤੇ ਡੈਨੀਅਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਉੱਪਰ ਕੁਝ ਚਾਰਜਸ ਵੀ ਲਗਾਏ ਗਏ। ਇਹ ਮਾਮਲਾ ਇਸ ਘਟਨਾ ਨਾਲ ਜੁੜਿਆ ਹੋਇਆ ਜਦੋਂ 6 ਸਾਲ ਦੇ ਇੱਕ ਲੜਕੇ ਵੱਲੋਂ ਆਪਣੀ 5 ਸਾਲ ਦੀ ਭੈਣ ਦੇ ਉੱਪਰ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੁਣ ਮਾਂ-ਬਾਪ ਨੂੰ ਹਿਰਾਸਤ ਵਿੱਚ ਲਿਆ ਤੇ ਉਹਨਾਂ ਉੱਪਰ ਚਾਰਜਸ ਵੀ ਲਗਾਏ ਗਏ ਹਨ। ਪੁਲਿਸ ਵਿਭਾਗ ਦੇ ਦੱਸਣ ਮੁਤਾਬਕ ਇਹ ਮਾਮਲਾ 2:25 ਦੇ ਕਰੀਬ ਇੰਡੀਆਨਾ ਤੋਂ ਸਾਹਮਣੇ ਆਇਆ, ਜਿੱਥੇ 5 ਸਾਲ ਦੀ ਬੱਚੀ ਨੂੰ ਗੋਲੀ ਲੱਗੀ। ਗੋਲੀ ਉਸਦੇ ਸਿਰ ਵਿੱਚ ਲੱਗੀ ਤੇ ਉਸਦੀ ਮੌਤ ਹੋ ਗਈ। ਪਹਿਲਾਂ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਪਰ ਬੱਚੀ ਦੀ ਜਾਨ ਨਹੀਂ ਬਚ ਸਕੀ। ਇਹਨਾਂ ਬੱਚਿਆਂ ਦੇ ਮਾਂ-ਬਾਪ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਬੇਟੇ ਵੱਲੋਂ ਬੈੱਡਰੂਮ ਵਿੱਚੋਂ ਗਨ ਚੋਰੀ ਕਰ ਲਈ ਗਈ ਤੇ ਉਸਨੇ ਆਪਣੀ ਭੈਣ ਤੇ ਗੋਲੀ ਚਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਮਾਮਲਾ ਸਾਹਮਣੇ ਆਇਆ ਤਾਂ ਮਾਂ ਵੱਲੋਂ ਉਸ ਵੇਲੇ ਆਪਣੀ ਨੀਂਦ ਪੂਰੀ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਹੁਣ ਇਸ ਸੰਬੰਧ ਵਿੱਚ ਜੋ ਕਾਰਵਾਈ ਕੀਤੀ ਗਈ ਹੈ ਉਸ ਬਾਰੇ ਉਹਨਾਂ ਨੇ ਡਿਟੇਲ ਸਾਂਝੀ ਕੀਤੀ ਹੈ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 2 ਮਿਲੀਅਨ ਲੋਕ ਕੈਨੇਡਾ ਵਿੱਚ ਨਹੀਂ ਹੋ ਰਹੇ ਪੱਕੇ, ਫਾਈਲਾਂ ਦੇ ਫੈਸਲੇ ਦੀ ਕਰ ਰਹੇ ਹਨ ਉਡੀਕ। ਪੁਲਿਸ ਦੇ ਹੱਥ ਲੱਗੀਆਂ 214 ਚੋਰੀ ਦੀਆਂ ਗੱਡੀਆਂ, ਪ੍ਰੋਜੈਕਟ ਮਾਇਰਾ ਤਹਿਤ ਕੀਤੀ ਕਾਰਵਾਈ। ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਮੌਤ, ਟਰੱਕ ਹੋਇਆ ਹਾਦਸੇ ਦਾ ਸ਼ਿਕਾਰ। 6 ਮਹੀਨਿਆਂ ਤੋਂ 5 ਸਾਲ ਦੇ ਬੱਚਿਆਂ ਲਈ ਟੀਕੇ ਦੀ ਜਾਣਕਾਰੀ। ਅੱਜ ਤੋਂ ਓਨਟਾਰੀਓ ਸੂਬੇ ਵਿੱਚ ਟੀਕੇ ਦੀ ਹੋਈ ਸ਼ੁਰੂਆਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।